ਸਾਡਾ ਜੋ ਦੇਸ਼ ਹੈ ਕਿਹਾ ਜਾਂਦਾ ਕਿ ਧਰਮ ਨਿਰਪੱਖ ਹੈ, ਉਹਦੀ ਜਿਹੜੀ ਨੀਂਹ ਹੈ ਧਰਮ ਨਿਰਪੱਖਤਾ ਵਾਲੀ ਹੀ ਰਹੇ। ਸਾਰੀ ਗੱਲ ਕਰਾਂਗੇ ਡਾਕਟਰ ਗਰਗ ਸਾਹਿਬ ਨਾਲ। ਗਰਗ ਸਾਹਿਬ, ਕੀ ਲੱਗਦਾ ਕਿ ਪ੍ਰਧਾਨ ਮੰਤਰੀ ਮੋਦੀ ਗਏ, ਬਾਕੀ ਉੱਥੇ ਜਾਣਾ ਚਾਹੀਦਾ ਸੀ ਜਾਂ ਨਹੀਂ ਜਾਣਾ ਚਾਹੀਦਾ ਸੀ? ਦੇਖੋ, ਸਾਡਾ ਜਿਹੜਾ ਸੰਵਿਧਾਨ ਹੈ ਉਹਦਾ ਬਿਲਕੁਲ ਮੂਲ ਇਹ ਹੈ ਕਿ ਇਹ ਧਰਮ ਨਿਰਪੱਖ ਹੈ, ਇਹ ਕਿਸੇ ਧਰਮ ਨੂੰ ਤਰਜੀਹ ਨਹੀਂ ਦਿੰਦਾ। ਤੇ ਇਹਦੀਆਂ ਸਾਡੇ ਇਤਿਹਾਸ 'ਚ ਉਦਾਹਰਨਾਂ ਵੀ ਨੇ, ਜਿਵੇਂ ਤੁਸੀਂ ਕਿਹਾ ਇਤਿਹਾਸ ਬਦਲੇ ਨਹੀਂ ਜਾ ਸਕਦਾ। ਰਜਿੰਦਰ ਪ੍ਰਸਾਦ ਜੀ ਪ੍ਰੈਜ਼ੀਡੈਂਟ ਆਫ ਇੰਡੀਆ ਸੀਗੇ, ਉਹ ਸੋਮਨਾਥ ਦੇ ਮੰਦਿਰ ਜਾਣਾ ਚਾਹੁੰਦੇ ਸੀਗੇ, ਤਾਂ ਪੰਡਿਤ ਨਹਿਰੂ ਨੇ ਉਹਨਾਂ ਨੂੰ ਲਿਖਤੀ ਰੂਪ 'ਚ ਕਿਹਾ ਕਿ ਤੁਸੀਂ ਐਜ਼ ਰਜਿੰਦਰ ਪ੍ਰਸਾਦ ਜਾ ਸਕਦੇ ਹੋ, ਐਜ਼ ਪ੍ਰੈਜ਼ੀਡੈਂਟ ਆਫ ਇੰਡੀਆ ਨਹੀਂ ਜਾ ਸਕਦੇ, ਕਿਉਂਕਿ ਪ੍ਰੈਜ਼ੀਡੈਂਟ ਆਫ ਇੰਡੀਆ ਜਿਹੜਾ ਉਹ ਸਾਰਿਆਂ ਦਾ ਰਿਪਰੈਜ਼ੈਂਟੇਟਿਵ ਹੈ, ਉਹ ਇੱਕ ਧਰਮ ਦਾ ਨਹੀਂ ਹੈ। ਸੋ ਇਸ ਕਰਕੇ ਮੋਦੀ ਸਾਹਿਬ ਪ੍ਰਧਾਨ ਮੰਤਰੀ ਨੇ ਦੇਸ਼ ਦੇ, ਉਹ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਤੇ ਜੇ ਉਹ ਇੱਕ ਧਰਮ ਨੂੰ ਐਜ਼ ਪ੍ਰਾਈਮ ਮਿਨਿਸਟਰ ਜਾ ਕੇ ਉਹਦਾ ਪੂਜਨ ਕਰਦੇ ਨੇ, ਆਪਦੇ ਵਿਅਕਤੀਗਤ ਰੂਪ 'ਚ ਜੋ ਕਰਨਾ ਕਰਨ, ਐਜ਼ ਪ੍ਰਧਾਨ ਮੰਤਰੀ ਉਹਨਾਂ ਦਾ ਜਾਣਾ ਦੇਸ਼ ਦੀ ਨਿਰਪੱਖਤਾ ਦੇ, ਧਰਮ ਨਿਰਪੱਖਤਾ ਦੇ ਉੱਤੇ, ਦੇਸ਼ ਦੀਆਂ ਮਿਨੋਰਟੀਜ਼ ਦੇ ਉੱਤੇ, ਈਵਨ ਦੇਸ਼ ਦੇ ਮੈਂ ਕਹਾਂਗਾ ਦਲਿਤਾਂ ਦੇ ਉੱਤੇ, ਆਦੀਵਾਸੀਆਂ ਦੇ ਉੱਤੇ, ਔਰਤਾਂ ਦੇ ਉੱਤੇ। ਤੁਸੀਂ ਕਹੋਗੇ ਔਰਤਾਂ 'ਤੇ ਕਿਵੇਂ ਹਮਲਾ? ਔਰਤਾਂ 'ਤੇ ਇਹ ਆ ਵੀ ਹਿੰਦੂ ਧਰਮ ਔਰਤ ਨੂੰ ਨੀਚਾ ਗਿਣਦਾ, ਔਰਤ ਨੂੰ ਬਰਾਬਰਤਾ ਨਹੀਂ ਦਿੰਦਾ। ਸੋ ਔਰਤ, ਦਲਿਤਾਂ, ਮਿਨੋਰਟੀਜ਼, ਚਾਹੇ ਉਹ ਸਿੱਖ ਨੇ, ਚਾਹੇ ਕ੍ਰਿਸਚੀਅਨ ਨੇ, ਚਾਹੇ ਉਹ ਮੁਸਲਮਾਨ ਨੇ, ਇਹਨਾਂ ਸਾਰਿਆਂ ਨੂੰ, ਉਹ ਯਹੂਦੀ ਨੇ, ਉਹਨਾਂ ਸਾਰਿਆਂ ਨੂੰ ਇਹ ਪਿੱਛੇ ਲਾਉਣ ਦੀ ਗੱਲ ਹੈ, ਥੱਲੇ ਲਾਉਣ ਦੀ ਗੱਲ ਹੈ, ਤੇ ਪ੍ਰਾਈਮ ਮਿਨਿਸਟਰ ਨੂੰ ਇਹ ਨਹੀਂ ਜਾਣਾ ਚਾਹੀਦਾ ਸੀ, ਗਲਤ ਗਏ ਨੇ। ਜਿਹੜਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੇ ਗੋਬਿੰਦ ਰਮਾਇਣ ਲਿਖੀ ਸੀ, ਉਹ ਸਿੱਖ ਇਤਿਹਾਸ ਦੇ ਵਿੱਚ ਕੋਈ ਇਹੋ ਜਿਹਾ ਵਰਣਨ ਨਹੀਂ ਆਉਂਦਾ, ਕਿਤੇ ਨਾ ਕਿਤੇ ਇਹ ਵੀ ਕੋਈ ਗਲਤ ਗੱਲ ਕੀਤੀ ਹੈ। ਦੇਖੋ, ਪ੍ਰਧਾਨ ਮੰਤਰੀ ਜੀ ਦਾ ਆਪਾਂ ਕੀ ਕਹਿ ਸਕਦੇ ਹਾਂ, ਆਪਾਂ ਨੂੰ ਪਤਾ ਹੈ ਡਿਗਰੀਆਂ ਬਾਰੇ, ਉਹਨਾਂ ਦੀ ਸਾਰੀ ਗੱਲ ਸਭ ਨੂੰ ਪਤਾ ਹੀ ਹੈ। ਤੇ ਉਹ ਜਿਹੜਾ ਬੰਦਾ ਆਪਣੀ, ਉਹ ਤਾਂ ਜਿੱਥੇ ਮਰਜ਼ੀ ਜੋ ਮਰਜ਼ੀ ਕਹਿ ਦਿੰਦੇ ਨੇ। ਮਾਨਯ ਪ੍ਰਧਾਨ ਮੰਤਰੀ ਨੇ, ਉਹ ਗੱਲਾਂ ਦਾ ਖੱਟਿਆ ਖਾਂਦੇ ਨੇ, ਉਹਨਾਂ ਨੇ ਇਹ ਤਾਂ ਦੇਖਣਾ ਨਹੀਂ ਵੀ ਮੈਂ ਭਾਈ ਇਹ ਗੱਲ ਜੇ ਕਹਿਣਾ ਕੱਲ ਨੂੰ ਗਲਤ ਹੋਵੇ। ਉਹਨਾਂ ਨੇ ਤਾਂ ਬੜੀਆਂ ਗੱਲਾਂ ਇਹੀਆਂ ਕਹੀਆਂ ਨੇ ਜਿਹੜੀਆਂ ਟੋਟਲੀ ਗਲਤ ਨੇ, ਜਿਹਦਾ ਹਿਸਾਬ ਹੀ ਕੋਈ ਨਹੀਂ, ਸਭ ਨੂੰ ਪਤਾ ਵੀ ਇਹ ਗਲਤ ਨੇ। ਮੈਂ 15 ਲੱਖ ਦੀ ਗੱਲ ਨਹੀਂ ਕਰਾਂਗਾ, ਮੈਂ ਇਹ ਨਹੀਂ ਕਰਾਂਗਾ ਵੀ ਉਹਨਾਂ ਨੇ ਰਫਾਲ ਤੇ ਕੀ ਕਿਹਾ। ਮੈਂ ਕਹਿੰਦਾ ਜਿਹੜਾ ਇਤਿਹਾਸ ਬਾਰੇ ਉਹ ਬੋਲੇ, ਕਿਉਂਕਿ ਇਤਿਹਾਸ ਦੀ ਗੱਲ ਹੈ, ਜਿਹੜੇ ਇਤਿਹਾਸ ਬਾਰੇ ਬੋਲੇ, ਉਹਨਾਂ ਨੇ ਆਜ਼ਾਦੀ ਦੇ ਇਤਿਹਾਸ ਤੇ ਕਦੀ ਵੀ ਗੱਲ ਉਹਨਾਂ ਨੇ ਠੀਕ ਨਹੀਂ ਕਹੀ। ਜਿਵੇਂ ਕਹਿੰਦੇ ਕੋਈ ਦੱਸੇ ਕਿ ਪੰਡਿਤ ਨਹਿਰੂ ਕਦੇ ਭਗਤ ਸਿੰਘ ਨੂੰ ਮਿਲਣ ਗਏ ਸੀ, ਉੱਥੇ ਰਿਕਾਰਡਡ ਹੈ। ਸੋ ਆਮ ਜਨਤਾ ਨੂੰ, ਕਿਉਂਕਿ ਜਨਤਾ ਨੂੰ ਵੀ ਵਿਚਾਰੀ ਨੂੰ ਇਤਿਹਾਸ ਤਾਂ ਕਾਂਗਰਸੀਆਂ ਨੇ ਵੀ ਨਹੀਂ ਪੜ੍ਹਾਇਆ ਆਜ਼ਾਦੀ ਦਾ, ਉਹ ਵੀ ਮਹਾਤਮਾ ਗਾਂਧੀ ਦੇ ਹਲਦਲੀ ਘੁਮਾਉਂਦੇ ਰਹੇ। ਜੇ ਇਤਿਹਾਸ ਪੜ੍ਹਾਇਆ ਹੁੰਦਾ ਸ਼ਾਇਦ ਲੋਕ ਸਵਾਲ ਕਰ ਦਿੰਦੇ। ਬਾਕੀ ਜਿਹੜਾ ਸਿੱਖ ਧਰਮ ਨੂੰ ਤੋੜ ਮਰੋੜ ਕੇ ਪੇਸ਼ ਕਰਨਾ, ਇਹ ਤਾਂ ਰਾਸ਼ਟਰੀ ਸਿੱਖ ਸੰਗਤ ਦਾ ਕੰਮ ਹੈ, RSS ਦਾ ਵੀ ਇਹੀ ਕੰਮ ਹੈ, BJP ਦੇ ਵੀ ਇਹੀ ਕੰਮ ਹੈ। ਇਹਨਾਂ ਨੇ ਤਾਂ ਕਿਤਾਬਾਂ ਛਾਪੀਆਂ ਨੇ ਗਲਤ। ਇਹ ਤਾਂ ਕਹਿੰਦੇ ਨੇ ਵੀ ਇਹ ਜਿਹੜੇ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਨੇ, ਇਹਨਾਂ ਨੇ ਵੀ ਸਾਡੇ ਵਾਸਤੇ ਸ਼ਹੀਦੀ ਦਿੱਤੀ ਹੈ। ਮੈਨੂੰ ਕੋਈ ਦੱਸੇ ਵੀ ਜਿਹੜੇ 6 ਤੇ 9 ਸਾਲ ਦੇ ਨੀਹਾਂ ਚਿਣੇ ਗਏ, ਉਹ ਕਿਹੜੇ ਹਿੰਦੂ ਵਾਸਤੇ ਸ਼ਹੀਦੀ ਸੀ? ਉਹ ਇੱਕ ਜ਼ੁਲਮ ਦੇ ਖਿਲਾਫ ਸ਼ਹੀਦੀ ਸੀ, ਉਹ ਆਪਦੇ ਧਰਮ ਨੂੰ ਬਚਾਉਣ ਦੀ ਸ਼ਹੀਦੀ ਸੀ। ਉਹਨਾਂ ਨੂੰ ਕਹਿੰਦੇ ਸੀ ਵੀ ਤੁਸੀਂ ਧਰਮ ਮੁਸਲਮਾਨ ਬਣ ਜਾਓ। ਚਮਕੌਰ ਸਾਹਿਬ ਦੇ ਵਿੱਚ ਅਜੀਤ ਤੇ ਜੁਝਾਰ ਦੀ ਸ਼ਹੀਦੀ, ਉਹ ਕੌਣ ਕਹਿੰਦਾ ਵੀ ਉਹ ਸ਼ਹੀਦੀ ਜਿਹੜੀ ਕਿਸੇ ਧਰਮ ਵਾਸਤੇ ਸੀ, ਉਹ ਜ਼ੁਲਮ ਦੇ ਖਿਲਾਫ ਸ਼ਹੀਦੀ ਸੀ। ਉੱਥੇ ਮੁਸਲਮਾਨਾਂ ਦੇ ਖਿਲਾਫ ਹਾਲਾਂਕਿ ਲੜਾਈ ਸੀ, ਪਰ ਗਨੀ ਖਾਨ ਤੇ ਨਬੀ ਖਾਨ ਨੇ ਉਹਨਾਂ ਨੂੰ ਉੱਚ ਦਾ ਪੀਰ ਵੀ ਬਣਾਇਆ ਸੀ। ਸੋ ਇਹੀ ਜਿਹੀਆਂ ਗੱਲਾਂ ਨਹੀਂ ਹੈਗੀਆਂ, ਇਹ ਬਿਲਕੁਲ ਇਤਿਹਾਸ ਨੂੰ ਤੋੜ ਕੇ ਪੇਸ਼ ਕਰ ਰਹੇ ਨੇ। ਇਹ ਤਾਂ ਇਹ ਕਹਿੰਦੇ ਨੇ ਵੀ ਗੁਰੂ ਨਾਨਕ ਦੇਵ ਜੀ, ਜਿਹੜੇ ਕੱਲ ਉਹ RSS ਦੇ ਬੰਦੇ, ਰਾਸ਼ਟਰੀ ਸਿੱਖ ਸੰਘ ਦੇ ਬੰਦੇ ਉੱਤੇ ਬੈਠੇ ਵੀ ਸੀ ਮੰਚ ਤੇ, ਉਹਨਾਂ ਨੇ ਤਾਂ ਸੁਪਰੀਮ ਕੋਰਟ 'ਚ ਝੂਠਾ ਬਿਆਨ ਦਿੱਤਾ ਕਿ ਜੀ ਗੁਰੂ ਨਾਨਕ ਦੇਵ ਜੀ ਰਾਮ ਜਨਮ ਭੂਮੀ ਦੇ ਦਰਸ਼ਨ ਕਰਨ ਗਏ ਸੀ। ਗੁਰੂ ਨਾਨਕ ਦੇਵ ਜੀ ਦਾ ਕਿਤੇ ਦਰਸ਼ਨ ਕਰਨ ਕਦੇ ਗਏ ਹੀ ਨਹੀਂ, ਉਹ ਤਾਂ ਜਾ ਕੇ ਚਰਚਾ ਕਰਦੇ ਸੀ। ਹੁਣ ਜਦ ਤੁਸੀਂ ਜਾਓਗੇ ਤਾਂ ਤੁਹਾਨੂੰ ਸਾਹਮਣੇ ਦਿਖੂਗਾ ਤਾਂ ਸਹੀ, ਪਰ ਦਰਸ਼ਨ ਕਰਨਾ ਹੋਰ ਚੀਜ਼ ਹੈ। ਇਹ ਠੀਕ ਹੈ, ਕੋਈ ਨਰਾਦਰ ਨਹੀਂ ਕਰਦੇ ਸੀ ਕਿਸੇ ਜਗ੍ਹਾ ਦਾ। ਉਂਝ ਜੇ ਕੋਈ ਕਹੇ ਤਾਂ ਨਰਾਦਰ ਦੀ ਵੀ ਕੋਈ ਹੱਦ ਨਹੀਂ ਸੀ। ਜੇ ਹਰਿਦੁਆਰ 'ਚ ਜਾ ਕੇ ਗੁਰੂ ਸਾਹਿਬ ਪਾਣੀ ਉਲਟ ਪਾਸੇ ਖੜ ਕੇ ਦੇਣ ਲੱਗ ਜਾਂਦੇ ਨੇ, ਜੇ ਕੁਰਕਸ਼ੇਤਰ ਜਾ ਕੇ ਮੀਟ ਰਿੰਨਣ ਲੱਗ ਜਾਂਦੇ ਨੇ, ਜੇ ਉੱਥੇ ਜਾ ਕੇ ਮੱਕੇ ਦੇ ਵਿੱਚ ਪੈਰ ਉੱਧਰ ਕਰਕੇ ਪੈ ਜਾਂਦੇ ਨੇ, ਹਾਲਾਂਕਿ ਉਹ ਨਰਾਦਰ ਨਹੀਂ ਕਰਦੇ ਸੀ, ਉਹ ਸਧਾਰਨ ਸੀਗਾ ਵੀ ਠੀਕ ਹੈ ਜੀ ਮੈਂ ਤਾਂ ਸਧਾਰਨ ਬੰਦਾ, ਮੈਂ ਸਧਾਰਨ ਗੱਲਾਂ ਕਰਨੀਆਂ ਨੇ, ਤੁਸੀਂ ਵੱਡੇ ਵਿਦਵਾਨ ਹੋ ਤੇ ਠੀਕ ਹੈ ਤੁਹਾਡੀ ਮਰਜ਼ੀ। ਸੋ ਇਹ ਜਿਹੜਾ ਹੈ ਇਹਨਾਂ ਦਾ ਇਹ ਕਹਿਣਾ ਵੀ ਇਹਨਾਂ ਨੇ ਆਹ ਲਿਖਿਆ ਸੀ ਜੀ, ਇਹਨਾਂ ਨੇ ਐਂ ਕਰਿਆ ਸੀ, ਇਹਨਾਂ ਨੇ ਗੋਬਿੰਦ ਰਮਾਇਣ ਲਿਖੀ ਜੀ, ਕਿ ਇਹੋ ਜਿਹੀਆਂ ਗੱਲਾਂ ਕਰਕੇ ਇਤਿਹਾਸ ਨੂੰ ਇਹ ਬਦਲਣਾ ਚਾਹੁੰਦੇ ਨੇ। ਇਤਿਹਾਸ ਐਂ ਬਦਲਿਆ ਨਹੀਂ ਜਾਂਦਾ ਹੁੰਦਾ। ਕੋਸ਼ਿਸ਼ਾਂ ਬੜੀਆਂ ਕਰੀਆਂ ਨੇ ਲੋਕਾਂ ਨੇ, ਬੜੇ ਇੱਥੇ ਆਏ ਨੇ ਜਿਨ੍ਹਾਂ ਨੇ ਪੂਰੀ ਜ਼ੋਰ ਲਾਇਆ। ਮੈਂ 2-3 ਗੱਲਾਂ ਇਹਦੇ 'ਚ ਉਦਾਹਰਨ ਦਊਂਗਾ ਵੀ ਇਹ ਕੀ ਹੈ, ਮੋਦੀ ਸਾਹਿਬ ਨੂੰ ਇਹ ਸਮਝਣਾ ਚਾਹੀਦਾ। ਇੱਥੇ ਇੱਕ ਕਾਰੂ ਪਾਤਸ਼ਾਹ ਹੋਇਆ, ਉਹਨੇ ਲੋਕਾਂ ਤੋਂ ਪੈਸੇ ਖੋਹੇ ਸੀ, ਉਹ ਵੀ ਖਾਲੀ ਹੱਥ ਗਿਆ। ਇੱਥੇ ਕੰਸ ਹੋਇਆ, ਕੰਸ ਨੇ ਹਨੇਰੀ ਲਿਆਤੀ ਸੀ, ਉਹ ਵੀ ਖਤਮ ਹੋਇਆ। ਤੇ ਇੱਥੇ ਫਿਰ ਹਰਨਾਕਸ਼ ਹੋਇਆ, ਤੇ ਹਰਨਾਕਸ਼ ਨੇ ਧਰੂਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੀ ਸੀ, ਉਹ ਧਰੂ ਖਤਮ ਨਹੀਂ ਹੋਏ, ਉਹ ਆਵਾਜ਼ ਫਿਰ ਵੀ ਉੱਠਦੀ ਰਹੀ, ਹਰਨਾਕਸ਼ ਖਤਮ ਹੋ ਗਿਆ। ਸੋ ਇਹ ਜਿਹੜਾ ਇਹਨਾਂ ਦਾ ਇਹ ਹੈ ਵੀ ਅਸੀਂ ਵਿਰੋਧ ਦੀ ਆਵਾਜ਼ ਖਤਮ ਕਰ ਦਾਂਗੇ,
ਅਸੀਂ ਮਿਨੋਰਟੀਜ਼ ਨੂੰ ਦਬਾ ਕੇ ਰੱਖ ਲਾਂਗੇ, ਅਸੀਂ ਔਰਤਾਂ ਨੂੰ ਦਬਾ ਦਾਂਗੇ, ਅਸੀਂ ਦਲਿਤਾਂ ਨੂੰ ਮਨੂ ਸਮ੍ਰਿਤੀ ਨਾਲ ਰਾਜ ਕਰ ਲਾਂਗੇ। ਉਹ ਜਿਹੜਾ ਤਰੀਕਾ ਹੈ, ਇੱਕ ਤਾਂ ਉਹ ਸੋਚ ਹੀ ਅੱਜ ਸਮਾਂ ਵਿਆਹ ਚੁੱਕੀ, ਉਹ ਨਿਕਲ ਚੁੱਕੀ, ਕੋਈ ਜ਼ਮਾਨਾ ਹੋਊਗਾ, ਅੱਜ ਉਹ ਸੋਚ ਨਹੀਂ ਕੰਮ ਕਰਦੀ। ਵੈਸੇ ਤਾਂ ਇਹਨਾਂ ਦੇ ਇਤਿਹਾਸ ਦੇ ਵਿੱਚ ਹੀ ਸੋਮਨਾਥ ਦੇ ਮੰਦਿਰ ਤੇ ਕੀ ਹੋਇਆ ਸੀ, ਜਿਹੜਾ ਬਾਬਰ ਸੀ ਉਹਦੇ ਕੋਲ ਕਿੰਨੀ ਕੁ ਸੈਨਾ ਸੀ, ਉਹਨੇ ਆ ਕੇ ਐਂ ਠਾਠ ਦਿੱਲੀ ਤੱਕ ਉਹ ਮਤਲਬ ਉਹ ਚੱਲਦਾ ਰਿਹਾ। ਹੁਣ ਜਿਹੜਾ ਤੁਸੀਂ ਕਹਿੰਦੇ ਹੋ, ਇਹਨਾਂ ਨੇ ਇਹ ਕਹਿਤਾ ਸੀ ਵੀ ਉੱਥੇ ਨਾਲੰਦਾ ਤੱਕ ਚਲਾ ਗਿਆ ਸੀ ਬਾਬਰ। ਜੋ ਤੁਸੀਂ ਕਿਉਂਕਿ ਇਤਿਹਾਸ ਦਾ ਗਿਆਨ ਤਾਂ ਹੈ ਨਹੀਂ, ਹੈ ਡਿਗਰੀ ਕੋਈ ਲਈ ਨਹੀਂ, ਜਾਓ ਤਾਂ ਬੰਦੇ ਨੇ ਕੋਈ ਖੋਜ ਖਾਜ ਕਰੀ ਹੋਵੇ, ਠੀਕ ਹੈ, ਪ੍ਰਾਈਮ ਮਿਨਿਸਟਰ ਨੇ, ਪਰ ਸਵਾਲ ਤਾਂ ਪਤਾ ਤਾਂ ਹੋਣਾ ਚਾਹੀਦਾ ਨਾ, ਜਾਂ ਨਾ ਕਹੋ। ਇੱਕ ਹੁਣ ਜਿਹੜੀ ਚਰਚਾ ਚੱਲ ਪਈ, ਉਹ ਕਹਿਣ ਲੱਗ ਗਏ ਜਦੋਂ ਸਵਾਲ ਖੜੇ ਹੋ ਰਹੇ ਨੇ, ਚਾਹੇ ਪ੍ਰਧਾਨ ਮੰਤਰੀ ਤੇ ਹੋਣ, ਚਾਹੇ ਉੱਥੋਂ ਦੇ ਪ੍ਰਬੰਧਕਾਂ ਤੇ ਹੋਣ, ਕਿ ਵੱਡੇ ਜੋ ਬਹੁ ਗਿਣਤੀ ਧਰਮ ਆ ਉਹਦਾ ਸਤਿਕਾਰ ਕਰਨਾ ਚਾਹੀਦਾ, ਛੋਟੇ ਧਰਮਾਂ ਨੂੰ, ਛੋਟੀਆਂ ਘੱਟ ਗਿਣਤੀਆਂ ਨੂੰ। ਇਹ ਕਿਉਂ ਸਵਾਲ ਆ ਜਾਂਦੇ ਆ, ਕੀ ਸਤਿਕਾਰ ਹੋ ਨਹੀਂ ਰਿਹਾ? ਮੈਂ ਤਾਂ ਉਲਟੇ ਗੱਲ ਕਹਿਣਾ, ਕਿਉਂ ਸਤਿਕਾਰ ਕਰਾਂ? ਮੈਂ ਹਿੰਦੂ ਹਾਂ, ਇਹ ਕਿੱਥੇ ਲਿਖਿਆ ਵੀ ਮੈਂ ਜਾ ਕੇ ਉੱਥੇ ਹਨੂੰਮਾਨ ਚਾਲੀਸਾ ਪੜ੍ਹਾਂ, ਜਾਂ ਮੈਂ ਉੱਥੇ ਜਾ ਕੇ ਜ਼ਰੂਰ ਮੱਥਾ? ਇਹ ਠੀਕ ਹੈ, ਜੇ ਮੈਂ ਉੱਥੇ ਜਾਵਾਂ ਤਾਂ ਮੱਥਾ ਟੇਕਾਂ, ਮੈਂ ਨਹੀਂ ਜਾਂਦਾ, ਮੇਰੀ ਮਰਜ਼ੀ, ਮੈਂ ਜਾਣਾ, ਮੇਰੀ ਮਰਜ਼ੀ। ਜੇ ਜਾਣਾ ਤਾਂ ਮੈਂ ਉੱਥੇ ਪੈਸੇ ਚੜਾਵਾਂ ਨਾ ਚੜਾਵਾਂ, ਕੋਈ ਮੈਨੂੰ ਕੌਣ ਹੈ ਕਹਿਣ ਵਾਲਾ ਵੀ ਤੂੰ ਇੱਥੇ ਇੰਨੇ ਪੈਸੇ ਚੜਾ? ਤੁਹਾਡਾ ਮਤਲਬ ਧਰਮ ਦੇ ਇੱਜ਼ਤ ਦਾ ਮਾਮਲਾ ਹੋਣਾ ਚਾਹੀਦਾ, ਇਹਨੂੰ ਪਬਲਿਕਲੀ ਸਮਾਜ ਦਾ ਨਹੀਂ ਬਣਾਉਣਾ ਚਾਹੀਦਾ। ਬਿਲਕੁਲ ਨਹੀਂ ਇਸ ਨੂੰ ਬਣਾਇਆ ਜਾ ਸਕਦਾ, ਕੋਈ ਉਹਨੂੰ ਮੰਨੇ, ਕੋਈ ਹਾਂ ਦੂਜੇ ਧਰਮ ਦੀ ਬੇਇੱਜ਼ਤੀ ਨਹੀਂ ਕਰਨੀ, ਦੂਜੇ ਧਰਮ ਦੇ ਖਿਲਾਫ ਨਹੀਂ ਬੋਲਣਾ। ਇਹਦਾ ਮਤਲਬ ਥੋੜਾ ਵੀ ਉਹ ਧਰਮ ਨੂੰ ਤੁਸੀਂ ਕਹੀਏ ਵੀ ਹਾਂ ਮਹਾਰਾਜ ਤੁਸੀਂ ਠੀਕ ਹੋ ਤੇ ਮੈਂ ਗਲਤ ਹਾਂ, ਇਹੋ ਜਿਹਾ ਕੋਈ ਚੱਕਰ ਨਹੀਂ ਹੈ। ਦੂਜੇ ਧਰਮ ਦੀ ਬੇਇੱਜ਼ਤੀ ਨਹੀਂ ਕਰਨੀ, ਦੂਜੇ ਧਰਮ 'ਚ ਦਖਲਅੰਦਾਜ਼ੀ ਨਹੀਂ ਕਰਨੀ, ਰਾਜ ਧਰਮ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰੇਗਾ। ਇੱਥੇ ਤਾਂ ਰਾਜ ਧਰਮ ਨੂੰ ਸੰਰਕਸ਼ਣ ਦੇ ਰਿਹਾ, ਜਦ ਰਾਜ ਧਰਮ ਨੂੰ ਸੰਰਕਸ਼ਣ ਦੇਣ ਲੱਗ ਜੇ ਤੇ ਫਿਰ ਤਾਂ ਬਹੁਤ ਵੱਡਾ, ਜੇ ਕਾਬੇ 'ਚੋਂ ਕੁਫਰ ਨਿਕਲਣ ਲੱਗ ਜੇ ਨਾ, ਜੋ ਮੋਦੀ ਸਾਹਿਬ ਨੇ ਕਿਹਾ ਹੈ ਰਮਾਇਣ, ਇਹ ਗੋਬਿੰਦ ਰਮਾਇਣ ਬਾਰੇ, ਜੇ ਕਾਬੇ 'ਚੋਂ ਕੁਫਰ ਨਿਕਲੇਗਾ ਫਿਰ ਬਚ ਨਹੀਂ ਸਕਦਾ ਸਮਾਜ। ਸੋ ਇਸ ਕਰਕੇ ਕਾਬੇ ਤੋਂ ਕੁਫਰ ਨਿਕਲਣ ਦੇ ਬਰਾਬਰ ਹੈ, ਇਹ ਨਹੀਂ ਹੋਣਾ ਚਾਹੀਦਾ। ਇਹਦਾ ਫਿਰ ਕੋਈ ਆਉਣ ਵਾਲੇ ਸਮੇਂ 'ਚ ਨੁਕਸਾਨ ਵੀ ਹੋ ਸਕਦਾ ਬੀਜੇਪੀ ਨੂੰ, ਕਿਉਂਕਿ ਇੱਕ ਧਰਮ ਦਾ ਸਿੱਧਾ ਵੋਟ ਆਸਰਾ ਲਿਆ ਗਿਆ। ਦੇਖੋ ਬੀਜੇਪੀ ਨੂੰ ਪੋਲੀਟੀਕਲੀ ਇਹਦਾ ਕੋਈ ਬਹੁਤਾ ਨੁਕਸਾਨ ਨਹੀਂ ਹੋਣਾ, ਦੇਸ਼ ਨੂੰ ਬਹੁਤ ਵੱਡਾ ਨੁਕਸਾਨ ਹੈ। ਅਸਲ 'ਚ ਕੀ ਕਰ ਰਹੇ ਨੇ, ਆਹ ਕੋਵਿਡ ਨੇ ਇਹਨਾਂ ਦੀ ਇਕਨੋਮੀ ਹਿਲਾਤੀ। ਤੁਸੀਂ ਦੇਖੋ 3 ਮਹੀਨੇ 'ਚ ਇਹਨਾਂ ਕੋਲ ਤਨਖਾਹ ਦੇਣ ਨੂੰ ਪੈਸਾ ਨਹੀਂ ਰਹਿਣਾ। ਆ ਪੰਜਾਬ ਦਾ ਤਾਂ ਪਹਿਲਾਂ ਹੀ ਘੜੋਕੋ ਬੰਦੇ ਚੱਕਿਆ ਗਿਆ। ਇਹ ਜਿਹੜਾ ਇਹਨਾਂ ਨੇ ਹਾਲਾਤ ਆ, ਤੇ ਕੋਵਿਡ ਨੂੰ ਇਹਨਾਂ ਨੇ, ਕੋਵਿਡ ਦੇ ਡਰ ਨੂੰ, ਸਹਿਮ ਨੂੰ, ਵਹਿਮ ਨੂੰ, ਭੈ ਨੂੰ ਇੰਨਾ ਪੈਦਾ ਕਰਤਾ ਲੋਕਾਂ 'ਚ ਵੀ ਲੋਕਾਂ ਨੂੰ ਦਬਾ ਦਿਓ, ਫਿਰ ਜੋ ਮਰਜ਼ੀ ਕਰੀ ਜਾਓ, ਵਿਰੋਧੀਆਂ ਨੂੰ ਦਬਾ ਦਿਓ, ਕੇਸ ਬਣਾ ਦਿਓ, ਆਰਡੀਨੈਂਸ ਜਾਰੀ ਕਰ ਦਿਓ, ਆ ਰਾਮ ਮੰਦਿਰ ਬਣਾ ਲਓ, ਆਪਦੀਆਂ ਪੋਲੀਟੀਕਲ ਰੈਲੀਆਂ ਕਰ ਲਓ, ਸਾਰੇ ਪੋਲੀਟੀਕਲ ਵਿਰੋਧੀਆਂ ਨੂੰ ਦਬਾ ਕੇ ਰੱਖੋ। ਕਾਂਗਰਸ ਤਾਂ ਜਮਾਂ ਹੀ ਦਬ ਗਈ, ਕਾਂਗਰਸ ਦਾ ਉਦੋਂ ਵੱਡਾ ਤਿਲਕ ਲਾਉਣ ਲੱਗ ਗਈ ਹੁਣ। ਸੋ ਉਹਦੇ 'ਚ ਮੈਂ ਕਾਂਗਰਸ ਬਾਰੇ ਇੱਕ ਗੱਲ ਕਹਿਣੀ ਚਾਹਾਂਗਾ। ਮੇਰੇ ਕੋਲ ਇੱਕ ਵਾਰੀ SGPC ਦੇ ਐਕਟਿੰਗ ਪ੍ਰਧਾਨ ਆਏ ਜਦ ਇੱਥੇ ਅੱਤਵਾਦ ਦੀ ਚੱਲਦੀ ਸੀ, ਤੇ ਮੈਨੂੰ ਇੱਕ ਦੋਸਤ ਲੈ ਕੇ ਆਇਆ। ਉਹ ਗਾਹਾਂ ਇੱਕ ਅਕਾਲ ਤਖਤ ਦੇ ਜਥੇਦਾਰ ਸਾਹਿਬ ਸੀਗੇ, ਬਹੁਤ ਇੱਜ਼ਤਮਾਨ ਵਾਲੇ, ਉਹਨਾਂ ਦਾ ਬੇਟਾ ਸੀ, ਉਹ ਡਾਕਟਰ ਹੈ। ਉਹ ਮੈਨੂੰ ਕਹਿਣ ਲੱਗੇ ਵੀ ਕੀ ਕਰਿਆ ਜਾ ਸਕਦਾ? ਮੈਂ ਜੀ ਤੁਸੀਂ ਕੁਝ ਨਹੀਂ ਕਰ ਸਕਦੇ। ਕਹਿੰਦੇ ਕਿਉਂ? ਮੈਂ ਕਿਹਾ ਤੁਸੀਂ ਤਾਂ ਮੁਕਾਬਲਾ ਕਰਦੇ ਹੋ ਉਹਨਾਂ ਦਾ, ਇਹ ਕਹਿ ਕੇ ਵੀ ਅਸੀਂ ਵੀ ਇੰਨੇ ਹਿੰਦੂਆਂ ਨੂੰ ਮਾਰ ਦਾਂਗੇ, ਤੇ ਇਸ ਗੱਲ ਦੇ ਵਿੱਚ ਉਹ ਤੁਹਾਡੇ ਨਾਲ ਜ਼ਿਆਦਾ ਤਕੜੇ ਨੇ। ਜੇ ਤੁਸੀਂ ਕਹੋ ਨਾ ਭਾਈ ਸਾਡਾ ਧਰਮ ਤਾਂ ਸਭ ਨੂੰ ਅਵਲ ਲੋ ਇੱਕ ਨੂਰ ਪਾਇਆ, ਕਹਿੰਦਾ ਮੋਦੀ ਸਾਹਿਬ ਨੂੰ ਇਹ ਸ਼ਬਦ ਤਾਂ ਯਾਦ ਨਹੀਂ ਆਇਆ। ਮੋਦੀ ਸਾਹਿਬ ਨੇ ਬਹੁਤ ਕੁਝ ਬੋਲਿਆ ਹੈ, ਅਵਲ ਲੋ ਇੱਕ ਨੂਰ ਪਾਇਆ, ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਾ, ਕੌਣ ਭਲੇ ਕੋ ਮੰਦੇ, ਇਹ ਤਾਂ ਕਿਹਾ ਨਹੀਂ। ਇਹ ਤਾਂ ਕਬੀਰ ਸਾਹਿਬ ਦਾ ਸ਼ਬਦ ਉਹ ਕਹਿਣਾ ਭੁੱਲ ਗਏ ਕਿ ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ, ਜੋ ਤੂੰ ਬ੍ਰਾਹਮਣ ਬ੍ਰਹਮਣੀ ਦਾਇਆ ਤੋ ਆਣ ਬਾਤ ਕਾਹੇ ਨਹੀਂ ਆਇਆ। ਇਹ ਤਾਂ ਕਹਿਣਾ ਭੁੱਲ ਗਏ। ਹਰ ਕਾ ਸੰਤ ਮਰੇ ਹੜੰਬੇ ਸਗਲੀ ਸੈਨ ਤਰਾਈ। ਸੋ ਉਹ ਇਹ ਤਾਂ ਕਹਿਣਾ ਭੁੱਲ ਗਏ। ਪਰ ਇਹ ਵੀ ਹੋ ਸਕਦਾ ਹੈ ਕਿਉਂਕਿ ਬੀਜੇਪੀ ਦੀ ਇੱਕ ਪਲਾਨ ਸੀ, ਪਿਛਲੇ ਜਦੋਂ ਰਥ ਯਾਤਰਾ ਸ਼ੁਰੂ ਕੀਤੀ ਐਲਕੇ ਅਡਵਾਨੀ ਨੇ, ਇੱਕ ਪਲਾਨ ਸੀ ਕਿ ਧਰਮ ਦੀਆਂ ਵੋਟਾਂ, ਧਰਮ ਇੱਕ ਹਿੰਦੂ ਧਰਮ ਦੀਆਂ ਵੋਟਾਂ ਖਿੱਚਣੀਆਂ ਕਿਵੇਂ ਨੇ, ਬਕਾਇਦਾ ਪਲਾਨ ਨਾਲ ਇੱਕ ਯਾਤਰਾ ਕੱਢੀ ਗਈ, ਉਹਦਾ ਫਾਇਦਾ ਮਿਲਿਆ, ਬੀਜੇਪੀ ਸੱਤਾ 'ਚ ਆ ਗਈ। ਨਹੀਂ ਕੋਈ ਉਮੀਦ ਹੈ ਨਹੀਂ ਸੀ। ਹੋ ਸਕਦਾ ਇਸ ਪੱਤੇ ਨੂੰ ਆਉਣ ਵਾਲੇ ਹੋਰ ਸਾਲਾਂ ਲਈ ਵਰਤਦੇ ਹੋਣ ਸਿਆਸਤ ਵਾਸਤੇ। ਬਿਲਕੁਲ ਸਾਨੂੰ ਵਰਤ ਰਹੇ ਨੇ, ਇਹ 'ਚ ਕੋਈ ਸ਼ੱਕ ਹੀ ਨਹੀਂ ਹੈ। ਹਰ ਹਿੰਦੂ ਘਰ ਦੇ ਵਿੱਚ ਕੋਈ ਆਰਤੀ ਕਰਦਾ, ਕੋਈ ਪੂਜਾ ਕਰਦਾ, ਕੋਈ ਦੀਵਾਲੀ ਦੁਸਹਿਰੇ ਦੀ ਪੂਜਾ ਕਰਦਾ, ਚਾਹੇ ਉਹ ਇਹਨਾਂ ਦੇ ਨਾਲ ਨਾ ਵੀ ਹੋਵੇ ਤਾਂ ਵੀ ਕਰਦਾ। ਹੁਣ ਉਹ ਹੌਲੀ ਹੌਲੀ ਇਹਨਾਂ ਦੇ ਨਾਲ ਜੁੜੀ ਜਾ ਰਿਹਾ, ਇਹ ਸੱਚ ਹੈ, ਇਹ 'ਚ ਕੋਈ ਦੋ ਰਾਏ ਨਹੀਂ। ਮੈਂ ਇਹਨੂੰ ਹੋਰ ਗੱਲ ਕਰਦਾ, ਇਹਨਾਂ ਨੂੰ ਵਕਤੀ ਤੌਰ ਤੇ ਫਾਇਦਾ ਹੋ ਸਕਦਾ ਹੈ, ਵਕਤੀ, ਪਰ ਕਿਉਂ ਨਹੀਂ ਫਾਇਦਾ ਹੋਏਗਾ? ਇਕਨੋਮੀ ਡੁੱਬ ਰਹੀ ਹੈ, ਕਹਿੰਦਾ ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ ਹੈ। ਤੇ ਉਹ ਕਬੀਰ ਸਾਹਿਬ ਨੇ ਆਖਿਆ, ਉਹਨਾਂ ਨੇ ਕਿਹਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਭੁੱਖੇ ਭਗਤ ਨੇ ਕੀਜੇ ਜੇ ਮਾਲਿਆ ਆਪਣੀ ਲੀਜੇ ਹੋ ਮੰਗੋ ਸੰਤਨ ਰੇਨਾ ਮੈਂ ਨਾ ਹੀ ਕਿਸੇ ਕਾ ਦੇਣਾ। ਸੋ ਜਦ ਲੋਕਾਂ ਨੂੰ ਰੋਟੀ ਨਹੀਂ ਮਿਲੇਗੀ, ਲੋਕ ਭੁੱਖੇ ਮਰਨਗੇ। ਆ ਜਿਹੜੇ ਮਜ਼ਦੂਰਾਂ ਦਾ ਜੋ ਹਾਲ ਹੋਇਆ, ਸੋ ਉਹ ਇਹਨਾਂ ਨੂੰ ਨੈਗੇਟਿਵ ਵੀ ਜਾ ਸਕਦਾ, ਕਿਉਂਕਿ ਅਰਥਚਾਰੇ ਤੋਂ ਬਗੈਰ ਅੱਜ ਤੱਕ ਦੁਨੀਆ ਦੇ ਵਿੱਚ ਅਰਥਚਾਰਾ ਸੰਭਾਲੇ ਤੋਂ ਬਗੈਰ ਕਦੇ ਰਾਜ ਨਹੀਂ ਚੱਲਦੇ। ਇਹਨਾਂ ਤੋਂ ਅਰਥਚਾਰਾ ਸੰਭਲਦਾ ਨਹੀਂ।
ਇਹ ਅਰਥਚਾਰੇ ਦਾ ਪੱਠਾ ਬਿਠਾ ਰਹੇ ਨੇ। ਜਿਹੜਾ ਮਾੜਾ ਮੋਟਾ ਹੋ ਸਕਦਾ ਉਹ ਵੀ ਨਹੀਂ ਕਰ ਰਹੇ। ਅਜੇ ਵੀ ਮੈਂ ਕਹਾਂਗਾ, ਕਹਿੰਦੇ ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਆ ਜੇ ਤਾਂ ਉਹ ਭੁੱਲਿਆ ਨਹੀਂ ਕਹਾਉਂਦਾ। ਪਰ ਮੈਨੂੰ ਐਂ ਲੱਗਦਾ ਵੀ ਇਹਨਾਂ ਨੂੰ ਤਾਂ ਕੋਈ ਫੈਸਲੇ ਕਰ ਰਿਹਾ ਵੀ ਦੇਖੀ ਜੋ ਹੁੰਦਾ, ਵੱਢ ਦੋ ਸਭ ਕੁਛ, ਚੱਕ ਦੋ ਫੱਟੇ। ਕਿਉਂਕਿ ਇਹਨਾਂ ਨੂੰ ਕਿਉਂ ਨਹੀਂ, ਇਹ ਕਿਉਂ ਕਰ ਰਹੇ ਨੇ, ਇਹ ਮੈਂ ਥੋੜ੍ਹੀ ਜਿਹੀ ਦੱਸਣਾ ਚਾਹੁੰਦਾ। ਇਹ ਇਸ ਕਰਕੇ ਕਰ ਰਹੇ ਨੇ, ਇੱਕ ਕਹਾਣੀ ਤੁਸੀਂ ਸੁਣੀ ਹੋਊਗੀ ਵੀ ਇੱਕ ਦੋ ਮਾਵਾਂ ਦਾ ਝਗੜਾ ਪੈ ਗਿਆ ਵੀ ਇਹ ਮੁੰਡਾ ਕਿਹਦਾ ਹੈ। ਅਦਲੀ ਕੋਲ ਗਏ, ਅਦਲੀ ਨੇ ਦੇਖਿਆ ਉਹ ਗਵਾਈਆਂ ਤਾਂ ਬਰਾਬਰ ਦੀਆਂ ਨੇ। ਉਹ ਕਹਿੰਦਾ ਕਰੋ ਆਰੇ ਨਾ ਚੀਰ ਦੋ, ਦੋਨੋਂ ਇੱਕ ਇੱਕ ਦੇ ਦਿਓ। ਆਰਾ ਮੰਗਾ ਲਿਆ। ਜਦੋਂ ਜਲਾ ਚੀਰਨ ਲੱਗੇ, ਉਹ ਜਿਹੜੀ ਅਸਲੀ ਮਾਂ ਸੀ ਕਹਿੰਦੀ ਇਸ ਨੂੰ ਦੇ ਦਿਓ, ਨਹੀਂ ਚੀਰੋ ਨਾ। ਉਹ ਕਹਿੰਦਾ ਵੀ ਅਸਲੀ ਮਾਂ ਹੈ। ਉਹ ਇਹਨਾਂ ਨੇ ਤਾਂ ਆਜ਼ਾਦੀ 'ਚ ਨੌਂ ਦੀ ਉਂਗਲ ਦਾ ਨੌਂ ਨਹੀਂ ਬਣਾਇਆ, ਉਂਗਲ ਦਾ ਪੋਟੇ ਦੀ ਤਾਂ ਗੱਲ ਹੀ ਛੱਡੋ। ਇਹਨਾਂ ਨੂੰ ਕੀ ਫਰਕ ਪੈਂਦਾ ਜੇ ਦੇਸ਼ ਗੁਲਾਮ ਹੋ ਜਾਏ। ਇਹਨਾਂ ਨੇ ਤਾਂ ਪਹਿਲਾਂ ਗੁਲਾਮ ਕਰਾਇਆ। ਇਹੀ ਲੋਕ ਨੇ ਜਿਨ੍ਹਾਂ ਨੇ ਦੇਸ਼ ਨੂੰ ਗੁਲਾਮ ਕਰਾਇਆ ਸੀ। ਇਹੀ ਲੋਕ ਨੇ ਜਿਹੜੇ ਅੰਗਰੇਜ਼ਾਂ ਦੇ ਪਿੱਛੂ ਰਹੇ। ਇਹੀ ਲੋਕ ਨੇ ਅੱਜ ਚੌੜੇ ਹੋ ਕੇ ਕਹਿੰਦੇ ਹਮ भारत माता के बोलते हैं, हम भारत माता को माता मानते हैं, ये उसको अपनी बीवी बनाना चाहते हैं। ਮੈਨੂੰ ਤਾਂ ਸਮਝ ਨਹੀਂ ਆਉਂਦੀ ਕੌਣ ਬੀਵੀ ਬਣਾਉਣਾ ਚਾਹੁੰਦਾ, ਕੌਣ ਮਾਤਾ। ਤੁਸੀਂ ਮਾਤਾ ਕਹਿ ਕੇ, ਗਊ ਮਾਤਾ ਕਹਿ ਕੇ, ਇੱਥੇ ਕੱਲ ਮੈਂ ਜਾ ਰਿਹਾ ਸੀ 25 ਗਊਆਂ ਇੱਥੇ ਬੈਠੀਆਂ ਨੇ ਸੜਕ ਦੇ ਉੱਤੇ। ਕੋਈ ਲੰਘੇਗਾ ਤਾਂ ਐਕਸੀਡੈਂਟ ਹੀ ਕਰਾਉਣਗੀਆਂ ਨਾ, ਭੁੱਖੀਆਂ ਬੈਠੀਆਂ ਨੇ, ਪੱਤੇ ਖਾ ਰਹੀਆਂ ਨੇ। ਅਮਲਾ ਜੋ ਹੋ ਨਹੀਂ ਰਿਹਾ, ਜੋ ਕਿਹਾ ਜਾ ਰਿਹਾ। ਦੂਸਰੀ ਗੱਲ ਕਿ ਸਵਾਲ ਆ ਜਾਂਦਾ ਕਿ ਇਕਬਾਲ ਸਿੰਘ ਹੈ ਜੋ ਸਾਬਕਾ ਜਥੇਦਾਰ ਨੇ ਹਜ਼ੂਰ ਸਾਹਿਬ ਵਾਲੇ, ਉਹਨਾਂ ਨੇ ਲਵ ਕੁਸ਼ ਨਾਲ ਸੰਗਿਆ ਦਿੱਤੀ ਗੁਰੂ ਨਾਨਕ ਦੇਵ ਜੀ ਦੀ, ਗੁਰੂ ਗੋਬਿੰਦ ਸਿੰਘ ਦੀ। ਕਿਤੇ ਨਾ ਕਿਤੇ ਸਿੱਖ ਖੁਦ ਆਪਣੇ ਇਤਿਹਾਸ ਦਾ ਖਿਲਵਾੜ ਕਰ ਰਹੇ ਨੇ। ਨਹੀਂ ਇਹ ਸਿੱਖ ਜਿਹੜੇ ਬਹੁਤ ਸਾਰੇ ਸਿੱਖ ਪਹਿਲਾਂ ਵੀ ਰਹੇ ਨੇ, ਟੋਡੀ ਸਿੱਖ ਨੇ ਇਹ ਚਾਹੇ ਅਕਾਲ ਤਖਤ ਦੇ ਵੀ ਰਹੇ ਹੋਣ, ਚਾਹੇ ਕਿਸੇ ਦੇ ਵੀ ਜਥੇਦਾਰ ਰਹੇ ਹੋਣ। ਕੋਈ ਜਥੇਦਾਰ ਲੱਗਣ ਨਾਲ ਬੰਦਾ ਜ਼ਰੂਰੀ ਨਹੀਂ ਵੀ ਬਹੁਤ ਵਿਦਵਾਨ ਹੋ ਜਾਂਦਾ। ਹੁਣ ਤਾਂ ਵਿਦਵਾਨ ਲਾਉਣ ਦੀ ਆਦਤ ਵੀ ਨਹੀਂ ਰਹੀ। ਤੇ ਇਹਨਾਂ ਨੂੰ ਨਾ ਸਿੱਖ ਇਤਿਹਾਸ ਪਤਾ ਹੈ। ਇਹ ਝੂਠੀਆਂ ਕਹਾਣੀਆਂ ਜਿਹੜੀਆਂ ਪੜ੍ਹ ਕੇ ਉਹਦੇ ਉੱਤੇ ਬੇਸ ਦੇ ਉੱਤੇ ਕਹਿਣਾ ਸ਼ੁਰੂ ਕਰ ਦਿੰਦੇ ਨੇ, ਉਹਦੇ ਉੱਤੇ ਪ੍ਰਚਾਰ ਸ਼ੁਰੂ ਕਰਦੇ ਨੇ। ਕਿਉਂਕਿ ਜਿਹੜੀ ਗਹਿਨ ਖੋਜ ਕਰਨੀ ਹੈ, ਜਿੰਨਾ ਮੈਂ ਸਿੱਖ ਇਤਿਹਾਸ ਪੜ੍ਹਨ ਦੀ ਕੋਸ਼ਿਸ਼ ਕਰੀ ਹੈ, ਮੈਨੂੰ ਤਾਂ ਕਿਤੇ ਲੱਭਿਆ ਨਹੀਂ ਇਹੀ ਜਿਹੀਆਂ ਗੱਲਾਂ। ਹੁਣ ਇਹਨਾਂ ਨੇ ਕੀ ਕਰਤਾ, ਇਹਨਾਂ ਨੇ ਤਾਂ ਇਹ ਸ਼ੁਰੂ ਕਰਤਾ। ਇਹ ਜਿਹੜੇ ਸਿੱਖਾਂ ਨੇ, ਇਹ ਜਿਹੜੇ ਆਪਦੇ ਆਪਣੇ ਜਥੇਦਾਰ ਕਹਾਉਂਦੇ ਨੇ ਵੀ ਜੀ RSS ਵਾਲੇ ਸਿੱਖ, ਦੂਜੇ ਵੀ ਵਿੱਚ ਨਾਲ ਰਲ ਗਏ ਵੀ ਜੀ ਗੁਰੂ ਨਾਨਕ ਦੇਵ ਜੀ ਬੇਦੀ ਸੀਗੇ, ਗੁਰੂ ਅਮਰਦਾਸ ਜੀ ਸੋਢੀ ਸੀਗੇ, ਰਾਮਦਾਸ ਜੀ ਉਹ ਭੱਲੇ ਸੀਗੇ, ਗੁਰੂ ਅਮਰਦਾਸ ਜੀ, ਰਾਮਦਾਸ ਜੀ ਸੋਢੀ ਸੀਗੇ। ਇਹ ਤਾਂ ਇਹ ਬੇਦੀ ਸੋਢੀ ਭੱਲੇ ਇਹਨਾਂ ਦੇ ਵਿੱਚ ਚੱਕਰਾਂ 'ਚ ਪੈਣ ਲੱਗੇ। ਜਦ ਤੁਸੀਂ ਬੇਦੀ ਸੋਢੀ ਭੱਲੇ ਇਹ ਤਾਂ ਹੁਣ ਇੱਥੇ ਤੱਕ ਕਰਨ ਲੱਗੇ ਜਿਹਦੇ 'ਚ RS ਸ਼ਾਮਲ ਆ, ਜਿਹਦੇ ਕਈ ਹੋਰ ਵੀ ਸ਼ਾਮਲ ਨੇ ਵੀ ਸ਼ਹੀਦ ਊਧਮ ਸਿੰਘ ਦਾ ਕੰਬੋਜ ਸੀ ਜੀ, ਠੀਕ ਹੈ, ਤੇ ਭਗਤ ਸਿੰਘ ਦਾ ਸੰਧੂ ਜੱਟ ਸੀ ਜੀ। ਸੋ ਜਦ ਤੁਸੀਂ ਲੋਕਾਂ ਨੂੰ, ਉਹਨਾਂ ਨੇ ਤਾਂ ਕੋਈ ਜਾਤ ਧਰਮ ਦੀ ਗੱਲ ਨਹੀਂ ਕਰੀ ਕਦੇ। ਤੁਸੀਂ ਜਾਤ ਧਰਮ ਦੇ ਨਾਂ ਦੇ ਉੱਤੇ ਵੰਡੋਗੇ, ਉਹ ਸਿਰਫ ਇੱਕ ਸ਼ੈਤਾਨ ਦੀ ਜਿਵੇਂ ਨਾ ਸ਼ੈਤਾਨ ਦੇਖ ਕੇ ਹੱਸਦਾ। ਅਸੀਂ ਕਹਾਣੀ ਪੜ੍ਹਦੇ ਸੀ, ਉਹ ਸ਼ੈਤਾਨ ਨੇ ਇੱਕ ਕਿਸਾਨ ਨੂੰ ਦਿੱਤਾ ਕੁਛ, ਉਹ ਫਿਰ ਸ਼ਰਾਬ ਪੀਣ ਲੱਗ ਗਿਆ, ਫਿਰ ਉਹ ਮਸਤ ਹੋਣ ਲੱਗ ਗਿਆ, ਕਹਿੰਦਾ ਤੂੰ ਦੇਖੀ ਸਹੀ ਹੈ ਜੀ। ਫਿਰ ਉਹ ਆਪਸ 'ਚ ਲੜਨ ਲੱਗ ਗਏ। ਜਿਹੜੀ ਬੁਨਿਆਦ ਆ ਸਿੱਖ ਧਰਮ ਦੀ, ਉਹ ਤਾਂ ਹੈ ਜਾਤ ਪਾਤੀ ਸਿਸਟਮ ਤੇ ਪੂਰੀ ਸੱਟ ਮਾਰਨੀ। ਉਹ ਬੁਨਿਆਦ ਨਾਲ ਹੀ ਖਿਲਵਾੜ ਲੱਗੇ ਪਏ ਨੇ ਕਰਨ ਤੁਹਾਡੇ ਮੁਤਾਬਕ। ਬਿਲਕੁਲ ਉਸ ਬੁਨਿਆਦ ਨਾਲ ਜਿਹੜੀ ਵਿਗਿਆਨ ਹੈ, ਨਹੀਂ ਕਦੀ ਐਸੀ ਨਹੀਂ ਵੀ ਜਾਤ ਪਾਤ ਤੇ ਸੱਟ ਮਾਰਨੀ। ਜਿਹੜਾ ਗੁਰੂ ਗ੍ਰੰਥ ਸਾਹਿਬ ਹੈ, ਜਿਹੜਾ ਸਿੱਖ ਧਰਮ ਹੈ, ਇਹ ਸਾਰੇ ਧਰਮਾਂ ਤੋਂ ਉੱਪਰ ਮੈਂ ਮੰਨਦਾ। ਕਿਉਂ ਹੈ? ਬਾਕੀ ਧਰਮ ਵਿਅਕਤੀਗਤ ਮੁਕਤੀ ਦੀ ਗੱਲ ਕਰਦੇ ਨੇ, ਇੱਕ ਵੀ ਧਰਮ ਸਮਾਜ ਦੀ ਮੁਕਤੀ ਦੀ ਗੱਲ ਨਹੀਂ ਕਰਦਾ, ਵਿਅਕਤੀਗਤ ਮੁਕਤੀ ਦੀ ਗੱਲ ਕਰਦੇ ਨੇ, ਤਿਆਗ ਦੀ ਗੱਲ ਕਰਦੇ ਨੇ ਆਪਦੇ ਵਾਸਤੇ, ਨਿੱਜ ਵਾਸਤੇ ਤਿਆਗ ਵੀ। ਰੋਟੀ ਨਾ ਖਾਓ, ਸਿੱਖ ਧਰਮ ਕੁਛ ਨਹੀਂ ਕਹਿੰਦਾ। ਸਿੱਖ ਧਰਮ ਕਹਿੰਦਾ ਹੱਸਦਿਆਂ ਖੇਡਦਿਆਂ ਖਾਂਦਿਆਂ ਪੈਂਦਾ ਵਿੱਚੇ ਮੁਕਤ ਪਾਈ। ਪਰ ਉਹ ਕਹਿੰਦਾ ਜੇ ਰਾਜਾ ਜ਼ੁਲਮ ਹੈ, ਰਾਜੇ ਸੀ ਮੁਕਦਮ ਕੁੱਤੇ ਜਾਏ ਜਗਾਨ ਬੈਠੇ ਸੁੱਤੇ, ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉਡਰਿਆ, ਕੂੜਮਾ ਸੱਚ ਤੰਦਰਮਾ ਦਿਸੇ ਨਹੀਂ ਕਹਿ ਚੜਿਆ, ਹੋ ਪੁੱਡ ਨਹੀਂ ਹੋਈ ਅੰਧੇਰੇ ਰਾਹ ਨਾ ਕੋਈ। ਇਹ ਸਿੱਖ ਧਰਮ ਕਹਿੰਦਾ ਇਸ ਜਰ ਕਾਰਨ ਕਣੀ ਬਗੁੱਤੀ ਹੈ, ਜਰ ਕਣੀ ਖਵਾਈ ਪਾਪਾਂ ਬਾਝੋਂ ਹੋਵੇ ਨਹੀਂ ਮੋਹਿ ਸਾਸਨੇ ਜੀ। ਪੈਸਾ ਨਹੀਂ ਇਕੱਠਾ ਕਰਨ ਦੇਣਾ। ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪ੍ਰੀਤ, ਜੋ ਰਤ ਪੀਵੇ ਮਾਨਸਾ ਤਿੰਨ ਨਿਰਮਲ ਚੀਤੇ। ਸਿੱਖ ਧਰਮ ਦੱਸਦਾ, ਸਿੱਖ ਧਰਮ ਦੱਸਦਾ ਵੀ ਗਿਆਨ ਪ੍ਰਾਪਤ ਕਰਨਾ। ਸਿੱਖ ਧਰਮ ਦੱਸਦਾ ਵੀ ਜਾਤ ਪਾਤ ਨੀਚਾ ਅੰਦਰ ਨੀਚ ਜਾਤ ਨੀਚੀ ਹੋਣ। ਸਿੱਖ ਧਰਮ ਦੱਸਦਾ ਕਿ ਗਿਆਨ ਏਦਾਂ ਕਿਤਾਬਾਂ ਪੜ੍ਹਨ ਦਾ ਕੋਈ ਫਾਇਦਾ ਨਹੀਂ, ਪੜ੍ਹ ਗੱਡੀ ਲੱਦੀਏ, ਪੜ੍ਹ ਪੜ੍ਹੀਏ ਸਾਥ ਜਿੱਤੇ ਪੜ੍ਹੀਏ ਜਿੱਤੇ ਬਰਸ ਪੜ੍ਹੀਏ ਜਿੱਤੇ ਮਾਂ। ਸਿੱਖ ਧਰਮ ਦੱਸਦਾ ਕਿ ਤੁਸੀਂ ਮਨ ਦਾ ਜਿਹੜਾ ਸੂਤਕ ਹੈ ਦਿਖਾਵਾ ਨਹੀਂ ਕਰਨਾ। ਸੂਤਕ ਇਹ ਨਹੀਂ ਵੀ ਇੱਕ ਔਰਤ ਨੂੰ ਕੱਪੜੇ ਆਏ ਨੇ, ਮਹਾਵਾਰੀ ਆਈ ਹੈ, ਇਹ ਸੂਤਕ ਹੈ, ਜਾਂ ਉਹਦੇ ਬੱਚਾ ਹੋਇਆ ਇਹ ਸੂਤਕ ਹੈ। ਸੂਤਕ ਕੀ ਹੈ? ਮਨ ਕਾ ਸੂਤਕ ਲੋਭ ਹੈ, ਜੇਬਾ ਸੂਤਕ ਕੂੜ, ਅੱਖੀਂ ਸੂਤਕ ਵੇਖਣਾ, ਪਰਤਿਆ ਪਰਤਨ ਰੂਪ। ਸੋ ਸਿੱਖ ਧਰਮ ਨੇ ਪੂਰਾ ਸਮਾਜ ਕਿਵੇਂ ਚੱਲੇਗਾ, ਰਾਜ ਕਿਵੇਂ ਚੱਲੇਗਾ, ਜ਼ੁਲਮ ਦੇ ਖਿਲਾਫ ਲੜਾਈ ਕਿਵੇਂ ਕਰੀਏ, ਉਹ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਉਹ ਕੋਈ ਐਂ ਬਾਹਰੋਂ ਨਹੀਂ ਹੈ। ਬੇਗਮ ਪੁਰਾ ਸ਼ਹਿਰ ਕੋ ਨਾਓ, ਨਾ ਤੈ ਦੂਖ ਅੰਦੋ ਠੌਰ ਨਾ ਠਾਓ, ਭਾਏ ਕਹੂ ਕੋ ਦੇਤ ਨਹੀਂ ਨਾ ਭਾਏ ਮਾਨ ਤਾਨ। ਬੜੀਆਂ ਵੱਡੀਆਂ ਵੱਡੀਆਂ ਗੱਲਾਂ ਨੇ। ਡਾਕਟਰ ਸਾਹਿਬ ਇੱਕ ਸਵਾਲ ਫਿਰ ਆ ਜਾਂਦਾ ਉਹੀ ਅਯੁੱਧਿਆ ਮਾਮਲੇ ਵਾਲਾ, ਕਿ ਜਿਹੜੀਆਂ ਵਿਰੋਧੀ ਧਿਰਾਂ ਨੇ BJP ਦੀਆਂ, ਚਾਹੇ ਕਾਮਰੇਡ ਹੋਣ, ਚਾਹੇ ਕਾਂਗਰਸ ਹੋਵੇ, ਚਾਹੇ ਹੋਰ ਖੇਤਰੀ ਪਾਰਟੀਆਂ ਹੋਣ, ਉਹਨਾਂ ਨੂੰ ਡਟ ਕੇ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਜਿਹੜੀ ਗੈਰ ਜ਼ਿੰਮੇਵਾਰਾਨਾ ਹਰਕਤ ਕੀਤੀ ਹੈ, ਉਹਦਾ ਹਰ ਫਰੰਟ ਤੇ ਵਿਰੋਧ ਹੋਣਾ ਚਾਹੀਦਾ। ਬਿਲਕੁਲ ਕਰਨਾ ਚਾਹੀਦਾ ਹੈ। ਜੇ ਹੁਣ ਖੁੰਝ ਗਈਆਂ ਤੇ ਮੌਕੇ ਤੋਂ
ਫਿਰ ਮੁੜ ਕੇ ਸ਼ਾਇਦ ਇਹਨਾਂ ਦੇ ਮੌਕਾ ਵੀ ਹੱਥ ਨਾ ਆਵੇ। ਪਰ ਮੈਨੂੰ ਐਂ ਲੱਗਦਾ ਵੀ ਇਹਨਾਂ ਨੂੰ ਕੋਈ ਰਾਸ਼ਟਰਵਾਦ ਜ਼ਿਆਦਾ ਹੀ ਚੜ ਗਿਆ, ਡਰੀ ਜਾਂਦੇ ਨੇ। ਆ ਕੋਵਿਡ 'ਚ ਵੀ, ਪਹਿਲਾਂ ਉਹਨੇ ਪੁਲਵਾਮਾ ਵੇਲੇ ਵੀ, ਚੀਨ ਵੇਲੇ ਵੀ, ਕਿਤੇ ਸਾਨੂੰ ਵੀ ਐਂਟੀ ਨੈਸ਼ਨਲ ਨਾ ਕਹਿ ਦੇਣ। ਮੈਂ ਕਹਿੰਦਾ ਕਹਿ ਲਓ ਤੁਸੀਂ, ਜੇ ਤੁਸੀਂ ਮੈਨੂੰ ਧੱਕੇ ਨਾਲ ਹੀ ਕਹਿਣਾ ਹੈ, ਬੱਕਰੀ ਦੀ ਮਾਂ ਕਰ ਖੈਰ ਮੈਨੂੰ ਤੁਹਾਡੇ ਗੱਲ 'ਚ ਫਿਰ ਕਹਿਣੋਂ ਹਟ ਜਾਣਗੇ। ਇਹਨਾਂ ਦਾ ਕੋਈ, ਇਹਨਾਂ ਦਾ ਸੰਬੰਧ ਪਾਸੇ ਜਿੰਨੇ ਵੀ ਇਹਨਾਂ ਦੇ ਸਪੀਕਰ ਨੇ, ਉਹ ਤਾਂ ਰੋਜ਼ ਬੰਦਿਆਂ ਨੂੰ ਜੋ ਆਪਾਂ ਨੂੰ ਪਤਾ ਹੀ ਹੈ, ਜੋ ਕੁਝ ਕਹਿੰਦੇ ਨੇ, ਜੋ ਇਹਨਾਂ ਦੀਆਂ ਸਾਧਵੀਆਂ ਜੋ ਕਹਿੰਦੀਆਂ ਨੇ, ਉਹ ਆਪਾਂ ਨੂੰ ਸਭ ਨੂੰ ਪਤਾ ਹੀ ਹੈ। ਜਿਹੜੀ ਇਹਨਾਂ ਦੀ ਆਪਸੀ ਲੜਾਈ ਹੈ, ਇਹ ਵੀ ਸਾਨੂੰ ਪਤਾ ਹੀ ਹੈ। ਅਡਵਾਨੀ ਜਿਸ ਨੇ ਰੱਥ ਚਲਾਇਆ ਸੀ, ਕਿਸੇ ਨੇ ਪੁੱਛਿਆ ਉਸ ਨੂੰ? ਮੁਰਲੀ ਮਨੋਹਰ ਜੋਸ਼ੀ, ਕਿਸੇ ਨੇ ਪੁੱਛਿਆ ਉਸ ਨੂੰ? ਓਮਾ ਭਾਰਤੀ, ਕਿਸੇ ਨੇ ਪੁੱਛਿਆ ਉਸ ਨੂੰ? ਦੱਸ ਦੇਣ ਜੇ ਉਹਨਾਂ ਨੇ ਤਾਂ ਬੜੇ ਅਸਲੀ ਤਾਂ ਮਰਾਲੀ ਹੋਈ ਸੀਗੇ। ਸੋ ਇਸ ਕਰਕੇ ਭੁਲੇਖੇ 'ਚ ਨੇ ਇਹ। ਜਿਹੜੇ ਇਹ ਕਹਿੰਦੇ ਹਿੰਦੂ ਇਕੱਠੇ ਨੇ, ਤਾਂ ਬੀਜੇਪੀ ਇਕੱਠੀ ਨਹੀਂ ਹੈ। ਬੀਜੇਪੀ ਦੀ ਚਾਹੇ ਟੱਕਰ ਆਪਸ ਵਿੱਚ, ਇਹ ਕੋਈ ਅੱਜ ਦੀ ਨਹੀਂ ਹੈ। ਜਿੱਦੇ ਮਦਨ ਲਾਲ ਖੁਰਾਨਾ ਤੇ ਸਾਹਿਬ ਸਿੰਘ ਸੀ, ਉਹਦੇ ਦਿੱਲੀ ਦੇ ਵਿੱਚ ਟੱਕਰ ਸੀ। ਇੱਥੇ ਧੂਮਲ ਦੀ ਤੇ ਸ਼ਾਂਤਾ ਕੁਮਾਰ ਦੀ ਟੱਕਰ ਰਹੀ ਹੈ ਹਿਮਾਚਲ 'ਚ, ਉੱਥੇ ਸਕਲੇਚੇ ਦੀ ਟੱਕਰ ਰਹੀ ਹੈ, ਉੱਥੇ ਜਿਹੜੇ ਮੱਧ ਪ੍ਰਦੇਸ਼ 'ਚ ਟੱਕਰ ਰਹੀ ਹੈ, ਰਾਜਸਥਾਨ 'ਚ ਭੈਰਵ ਸਿੰਘ ਸਖਾਵਤ ਦੀ ਤੇ ਵਸੁੰਧਰਾ ਦੀ ਟੱਕਰ ਰਹੀ ਹੈ। ਇਹਨਾਂ ਦੀ ਟੱਕਰ ਤਾਂ ਹਮੇਸ਼ਾ ਰਹਿੰਦੀ ਹੈ। ਇਹ ਕੌਣ ਕਹਿੰਦਾ ਵੀ ਹਿੰਦੂ ਇੱਕ ਨੇ? ਕੌਣ ਹੈ ਹਿੰਦੂ? ਕੀ ਹੈ ਡੈਫੀਨੇਸ਼ਨ ਹਿੰਦੂ ਦੀ? ਇਹ ਗਲਤ ਕਹਿੰਦੇ ਨੇ ਸਾਰਾ ਕੁਝ। ਧਰਮ ਆਪਦਾ ਮੰਨੇ, ਕੋਈ ਮੰਨੇ, ਕੋਈ ਨਾ ਮੰਨੇ, ਪਰ ਜਿੱਥੋਂ ਤੱਕ ਦੇਸ਼ ਹੈ, ਦੇਸ਼ ਦਾ ਪ੍ਰਧਾਨ ਮੰਤਰੀ, ਦੇਸ਼ ਦਾ ਚੀਫ ਜਸਟਿਸ ਜਾਂ ਦੇਸ਼ ਦਾ ਕੋਈ ਹੋਰ ਅਧਿਕਾਰੀਗਣ ਦੇ ਤੌਰ ਤੇ ਕਿਸੇ ਧਰਮ ਨੂੰ ਸੰਰਕਸ਼ਣ ਨਹੀਂ ਦੇਗਾ। ਨੰਬਰ 1। ਜਿਹੜੀ ਸਾਡੇ ਸੰਵਿਧਾਨ ਦੀ ਭਾਵਨਾਵਾਂ ਨੇ, ਉਹਦੇ ਵੀ ਉਲਟਾ ਹੈ ਮੈਨੂੰ ਲੱਗਦਾ। ਬਿਲਕੁਲ ਸੰਵਿਧਾਨ ਦੀਆਂ ਭਾਵਨਾਵਾਂ ਦੀ ਉਲਟੀ ਨਹੀਂ, ਸੰਵਿਧਾਨ ਦੇ ਵਿੱਚ ਲਿਖੇ ਦੇ ਵੀ ਉਲਟਾ। ਅਸੀਂ ਕਹਿੰਦੇ ਹਾਂ ਇਟ ਇਜ਼ ਅਗੇਂਸਟ ਦੀ ਸਪਿਰਿਟ ਐਂਡ ਦੀ ਲੈਟਰ। ਲੈਟਰ ਦਾ ਮਤਲਬ ਜੋ ਲਿਖਿਆ, ਸਪਿਰਿਟ ਦਾ ਮਤਲਬ ਜੋ ਭਾਵਨਾ ਤੁਸੀਂ ਕਹੀ ਹੈ, ਇਹ ਦੋਨਾਂ ਦੇ ਉਲਟਾ। ਲਿਖਿਆ ਵੀ ਇਹੀ ਹੈ ਵੀ ਇਹਦੇ ਨਹੀਂ ਹੋਏਗਾ। ਸੋ ਇਹ ਲੈਟਰ ਐਂਡ ਸਪਿਰਿਟ ਦੇ ਉਲਟਾ। ਜਿਹੜਾ ਪ੍ਰਧਾਨ ਮੰਤਰੀ ਸੰਵਿਧਾਨ ਜਿਹਦੀ ਸਹੁੰ ਖਾਂਦਾ, ਜਿਹਦੇ ਸਹਾਰੇ ਜਿੱਤ ਕੇ ਆਉਂਦਾ ਹੈ, ਜੇ ਉਹਦੀ ਲੈਟਰ ਐਂਡ ਸਪਿਰਿਟ ਦੇ ਉਲਟ ਕਰਦਾ, ਫਿਰ ਕਾਬੇ 'ਚੋਂ ਕੁਫਰ ਨਿਕਲਣ ਦੀ ਗੱਲ ਹੀ ਹੈ।